हेलो एवरीवन एंड वेलकम टू चेतन भारत लर्निंग। सो फाइनली पंजाब पीसीएससी नोटिफिकेशन आ गई है ਤੇ 322 ਵੈਕੈਂਸੀਜ਼ ਜਿਹੜੀਆਂ ਨੇ ਉਹ ਐਡਵਰਟਾਈਜ਼ ਕੀਤੀਆਂ ਗਈਆਂ ਨੇ। ਸੋ ਇਟ ਸੀਮਸ ਦੈਟ ਫਾਈਨਲੀ ਦ ਵੇਟ ਇਜ਼ ਨਾਓ ਓਵਰ। ਤੇ 올림픽ਸ ਜਿਹੜੇ ਪਿਛਲੀ ਵਾਰੀ ਟੋਕੀਓ ਦੇ ਵਿੱਚ 2021 ਚ ਹੋਏ ਸੀ ਉਸ ਤੋਂ ਬਾਅਦ ਅਗਲੇ 올림픽ਸ ਵੀ ਹੋ ਗਏ, ਬਟ ਫਾਈਨਲੀ ਉਸ ਤੋਂ ਜਸਟ ਬਾਅਦ ਆਪਣੀ ਜਿਹੜੀ ਹੈ ਪੀਸੀਐਸ ਦੀ ਨੋਟੀਫਿਕੇਸ਼ਨ ਆ ਚੁੱਕੀ ਹੈ। ਤੇ ਹੁਣ ਇਹਦੇ ਬਾਰੇ ਆਪਾਂ ਕੁਝ ਇੰਪੋਰਟੈਂਟ ਡਿਟੇਲਸ ਜਿਹੜੀਆਂ ਨੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਰਾਈਟ, ਇੰਪੋਰਟੈਂਟ ਡਿਟੇਲਸ ਇਨ ਦਾ ਸੈਂਸ ਕਿ ਕੁਝ ਇਦਾਂ ਦੇ ਪੁਆਇੰਟਸ, ਕੁਝ ਇਦਾਂ ਦੇ ਬਹੁਤ ਫਾਈਨ ਪੁਆਇੰਟਸ ਜੋ ਪੀਪੀਐਸਸੀ ਨੇ ਆਪਣੀ ਨੋਟੀਫਿਕੇਸ਼ਨ ਦੇ ਵਿੱਚ ਲਿਖੇ ਹੈ, ਬਟ ਜਨਰਲੀ ਵੀ ਓਵਰਲੁੱਕ, ਆਪਾਂ ਬਹੁਤ ਚੰਗੀ ਤਰ੍ਹਾਂ ਉਹਦੇ ਤੇ ਧਿਆਨ ਨਹੀਂ ਦਿੰਦੇ। ਸੋ ਵੀ ਵਿਲ ਟਰਾਈ ਟੂ ਪੇ ਅਟੈਂਸ਼ਨ ਟੂ ਈਚ ਐਂਡ ਐਵਰੀ ਵਰਡ ਇਨ ਦ ਨੋਟੀਫਿਕੇਸ਼ਨ ਵਿਚ ਮੈਟਰਸ ਫॉर ਸੋ ਮੈਨੀ ਆਫ ਅਸ। ਜਿਵੇਂ ਕਿ ਸਾਡੇ ਚੋਂ ਕੁਝ ਐਕਸ ਸਰਵਿਸਮੈਨ ਹੋਣਗੇ, ਸਾਡੇ ਚੋਂ ਕੁਝ ਡਿਫਰੈਂਟ ਕੈਟਾਗਰੀਜ਼ ਦੇ ਹੋਣਗੇ ਜਿਨ੍ਹਾਂ ਲਈ ਏਜ ਐਲੀਜੀਬਿਲਿਟੀ ਡਿਫਰੈਂਟ ਹੈ, ਜਾਂ ਪੰਜਾਬੀ ਦਾ ਐਗਜ਼ਾਮ ਕੁਝ ਇਦਾਂ ਦੀ ਕੈਟਾਗਰੀਜ਼ ਹੈ ਜਿਨ੍ਹਾਂ ਨੇ ਨਹੀਂ ਦੇਣਾ, ਜਾਂ ਪਹਿਲਾਂ ਪੀਸੀਐਸ ਕਲੀਅਰ ਕਰ ਲੈਣਾ ਉਸ ਤੋਂ ਬਾਅਦ ਵੀ ਉਹ ਪੰਜਾਬੀ ਦਾ ਐਗਜ਼ਾਮ ਦੇ ਸਕਦੇ हैं। So there are different things that the PPSC has mentioned in this particular notification which we are going to look at in this video। ਤਾਂ ਬਹੁਤ ਧਿਆਨ ਨਾਲ ਤੁਸੀਂ ਇਹ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖੋਗੇ ਤਾਂ ਕਿ ਐਗਜ਼ਾਮ ਨੂੰ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਪਤਾ ਹੋਣ। ਲੈਟਸ ਟੇਕ ਅ ਲੁੱਕ। ਤਾਂ ਮੈਂ ਇਹ ਸਾਰੀ ਜਿਹੜੀ ਵੀਡੀਓ ਹੈ ਪੂਰੀ ਆਫੀਸ਼ੀਅਲ ਨੋਟੀਫਿਕੇਸ਼ਨ ਨੂੰ ਹੀ ਲੈ ਕੇ ਬਣਾਈ ਹੈ ਸੋ ਦੈਟ देयर इज नो ਕਨਫਿਊਜ਼ਨ ਐਂਡ ਈਚ ਐਂਡ ਐਵਰੀ ਵਰਡ ਇਜ਼ authoritative as written in the notification। ਸਭ ਤੋਂ ਪਹਿਲੀ ਤਾਂ ਇੰਟਰਸਟਿੰਗ ਗੱਲ ਜੋ ਮੈਨੂੰ ਲੱਗੀ, ਜੋ ਮੈਂ ਤੁਹਾਨੂੰ ਸ਼ੁਰੂ ਚ ਵੈਸੇ ਹੀ ਦੱਸਣਾ ਚਾਹੂੰਗਾ, ਬਿਕੋਜ਼ ਆਪਾਂ ਪਿਛਲੇ 1.5 ਮਹੀਨੇ ਤੋਂ ਇਹ ਗੱਲ ਬਾਰ-ਬਾਰ ਕਰ ਰਹੇ ਸੀ ਕਿ ਨੋਟੀਫਿਕੇਸ਼ਨ ਆਉਣ ਵਾਲੀ ਹੈ, ਆਉਣ ਵਾਲੀ ਹੈ। ਸੋ ਦ ਰੀਜ਼ਨ ਫॉर दैट ਵਾਸ ਕਿ ਪੰਜਾਬ ਸਰਕਾਰ ਨੇ ਜੋ ਰਿਕੁਇਜ਼ੀਸ਼ਨ ਭੇਜੀ ਇਹਨਾਂ ਪੋਸਟਸ ਲਈ, that was via letter dated 25th November 2024। So it is written in the first paragraph of the notification कि the PPSC is advertising these positions based on the requisition received from the Punjab government via letter dated 25th of November। इसीलिए ਜਿਹੜੇ ਇਨਸਾਈਡਰ ਸੀ ਉਹਨਾਂ ਨੂੰ ਇਹ ਗੱਲ ਪਤਾ ਸੀ from 25th November itself ਜਾਂ ਉਸ ਤੋਂ ਥੋੜਾ ਜਿਹਾ ਪਹਿਲਾਂ ਕਿ ਸਰਕਾਰ ਨੇ ਇੰਨੀ ਪੋਜੀਸ਼ਨਸ ਲਈ ਰਿਕੁਇਜ਼ੀਸ਼ਨ ਜਿਹੜੀ ਹੈ ਉਹ ਪੀਪੀਐਸਸੀ ਨੂੰ ਭੇਜੀ ਹੈ, ਬਟ ਨਾਓ ਫਾਈਨਲੀ ਦ ਨੋਟੀਫਿਕੇਸ਼ਨ ਹੈਜ਼ ਕਮ ਆਊਟ। ਤਾਂ ਐਨੀਵੇ ਉਸ ਤੋਂ ਬਾਅਦ ਪ੍ਰੀਲਿਮਿਨਰੀ ਐਗਜ਼ਾਮ ਦੀ ਜਿਹੜੀ ਇਹਨਾਂ ਨੇ ਟੈਂਟੇਟਿਵ ਟਾਈਮਲਾਈਨ ਦਿੱਤੀ ਹੈ ਉਹ ਅਪ੍ਰੈਲ ਦਿੱਤੀ ਹੈ। ਅਪ੍ਰੈਲ ਤੋਂ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ ਹੈ, ਬਟ ਜ਼ਿਆਦਾ ਡੇਵੀਏਸ਼ਨ ਜਿਹੜੀ ਹੈ ਉਹ ਐਕਸਪੈਕਟਡ ਨਹੀਂ ਹੈ। ਬ੍ਰੇਕਅਪ ਆਫ ਪੋਜੀਸ਼ਨਸ ਜੇ ਆਪਾਂ ਦੇਖੀਏ, ਕੁੱਲ ਮਿਲਾ ਕੇ 322 ਵੈਕੈਂਸੀਜ਼ ਐਡਵਰਟਾਈਜ਼ ਕੀਤੀਆਂ ਗਈਆਂ। ਪਿਛਲੀ ਵਾਰ ਇਹ ਵੈਕੈਂਸੀਜ਼ 75 ਦੇ ਅਰਾਊਂਡ ਸੀ, ਤਾਂ ਇਸ ਵਾਰ ਦੀ ਵੈਕੈਂਸੀਜ਼ ਜਿਹੜੀਆਂ ਉਹ 4 ਗੁਣਾ ਤੋਂ ਵੀ ਜ਼ਿਆਦਾ ਹੈ, which somehow I won't say it compensates the last 4 years that have gone by, but in some way it does, है ना। जिन्हां दी एज एलिजिबिलिटी निकल गई है उस करके that's really unfortunate। लेकिन ਜਿਹੜੇ ਹਾਲੇ ਵੀ ਏਜ ਐਲੀਜੀਬਿਲਿਟੀ ਦੇ ਅੰਡਰ ਹੈ ਤੇ ਬਾਕੀ ਸਭ ਤਰੀਕੇ ਤੋਂ ਐਲੀਜੀਬਲ ਹੈ, ਉਹਨਾਂ ਲਈ ਦਿਸ ਇਜ਼ ਅ ਗੋਲਡਨ ਓਪਰਚੁਨਿਟੀ, ਬਿਕਾਜ਼ ਇਨ ਐਵਰੀ ਵੇ this increased number of vacancies is going to play a role ਕਿ ਮੇਨਸ ਲਈ ਕਿੰਨੇ ਕੈਂਡੀਡੇਟਸ ਬੁਲਾਏ ਜਾਣਗੇ, ਇੰਟਰਵਿਊ ਲਈ ਕਿੰਨੇ ਕੈਂਡੀਡੇਟਸ ਬੁਲਾਏ ਜਾਣਗੇ। ਸੋ ਆਈਡੀਅਲੀ ਪ੍ਰੀਲਿਮਸ ਲੈਟ ਅਸ ਸੇ ਇੱਕ ਆਪਾਂ ਓਵਰਆਲ ਫਿਗਰ ਮੰਨ ਕੇ ਚੱਲੀਏ, ਜੇ ਪ੍ਰੀਲਿਮਸ ਦੇ ਵਿੱਚ 50,000 ਕੈਂਡੀਡੇਟਸ ਅਪਲਾਈ ਕਰਦੇ ਹਨ ਤਾਂ ਹੁਣ ਜੇ 322 ਵੈਕੈਂਸੀਜ਼ ਨੇ ਤਾਂ ਮੇਨਸ ਦੇ ਲਈ ਇਹਨਾਂ 50,000 ਚੋਂ 322 into 12 या 13 times कैंडिडेट्स जो है वो बुलाए जाएंगे, विच विल बी रफली 4,000 कैंडिडेट्स। 4,000 के करीब कैंडिडेट ਜਿਹੜੇ ਨੇ ਉਹ ਮੇਨਸ ਲਿਖਣਗੇ। ਅਪਰੋਕਸੀਮੇਟ ਫਿਗਰਸ ਹੈ, ਮੈਂ ਤੁਹਾਨੂੰ ਗੱਲ ਕਰ ਰਿਹਾ। ਉਸ ਤੋਂ ਬਾਅਦ ਇੰਟਰਵਿਊ ਦੇ ਲਈ ਜਿੰਨੀ ਟੋਟਲ ਵੈਕੈਂਸੀਜ਼ ਨੇ ਉਸ ਤੋਂ 3 ਗੁਣਾ ਕੈਂਡੀਡੇਟਸ ਜਿਹੜੇ ਨੇ ਬੁਲਾਏ ਜਾਂਦੇ ਨੇ। ਸੋ ਰਫਲੀ 900 950 ਜਾਂ 1000 ਦੇ ਕਰੀਬ ਕੈਂਡੀਡੇਟਸ ਜਿਹੜੇ ਨੇ ਉਹ ਇੰਟਰਵਿਊ ਲਈ ਬੁਲਾਏ ਜਾਣਗੇ। ਪਰ ਇਹਦੇ ਵਿੱਚ ਇੱਕ ਚੈੱਕ ਜੋ ਹੈ ਉਹ ਇਹ ਹੈ ਕਿ ਇਹ ਓਵਰਆਲ ਵੈਕੈਂਸੀਜ਼ ਦਾ 3 ਟਾਈਮਸ ਜਾਂ 12 ਟਾਈਮਸ ਨਹੀਂ ਹੁੰਦਾ, ਇਹ ਹਰ ਕੈਟਾਗਰੀ ਦੇ ਵਿੱਚ ਜਿੰਨੀਆਂ ਵੈਕੈਂਸੀਜ਼ ਨੇ ਉਹਦਾ 12 ਜਾਂ 13 ਟਾਈਮਸ ਜਾਂ 3 ਟਾਈਮਸ ਹੁੰਦਾ। ਸੋ ਬਟ ਰਫਲੀ ਓਵਰਆਲ ਫਿਗਰ ਜਿਹੜੀ ਉਹ ਇੰਨੀ ਹੀ ਰਹੇਗੀ। ਤਾਂ ਲਾਸਟ ਟਾਈਮ ਦੀ ਜੇ ਆਪਾਂ ਗੱਲ ਕਰੀਏ, ਲਾਸਟ ਟਾਈਮ ਵੀ ਜੇ ਆਪਾਂ ਮੰਨ ਲਈਏ ਕਿ ਟੋਟਲ ਕੈਂਡੀਡੇਟਸ 50,000 ਸੀਗੇ, ਤਾਂ ਲਾਸਟ ਟਾਈਮ ਇਹ ਕੈਲਕੂਲੇਸ਼ਨ 75 ਦੇ ਅਕੋਰਡਿੰਗ ਹੋ ਰਹੀ ਸੀ। ਦੈਟ ਮੀਨਸ ਲਾਸਟ ਟਾਈਮ ਜੇ 75 ਵੈਕੈਂਸੀਜ਼ ਸੀ ਤੇ 12 ਜਾਂ 13 ਟਾਈਮ ਕੈਂਡੀਡੇਟਸ ਵੀ ਉਹਨਾਂ ਨੇ ਮੇਨਸ ਲਈ ਬੁਲਾਏ ਸੀ, that was still less than 1,000। that means ਇਸ ਵਾਰੀ ਜਿੰਨੇ ਕੈਂਡੀਡੇਟਸ ਇੰਟਰਵਿਊ ਦੇਣਗੇ, ਪਿਛਲੀ ਵਾਰੀ ਉਹਨੇ ਕੈਂਡੀਡੇਟਸ ਨੇ ਸਿਰਫ ਮੇਨਸ ਲਿਖਿਆ ਸੀ, ਐਂਡ ਇੰਟਰਵਿਊ ਦੇਣ ਲਈ देयर वर ओवर ਜਾਂ ਅੰਡਰ 300 ਕੈਂਡੀਡੇਟਸ, ਰਫਲੀ 250 ਦੇ ਕਰੀਬ ਕੈਂਡੀਡੇਟਸ ਸੀ ਜਿਨ੍ਹਾਂ ਨੇ ਇੰਟਰਵਿਊ ਦਿੱਤੀ ਸੀ। ਤੇ ਇਸ ਵਾਰ ਇਸ ਤੋਂ ਜ਼ਿਆਦਾ ਤਾਂ ਵੈਕੈਂਸੀਜ਼ ਨੇ।
So that tells you the size of this exam, the size of the vacancies that have been advertised. ਇਸ ਕਰਕੇ ਪੂਰੀ ਜ਼ੋਰ ਸ਼ੋਰ ਨਾਲ ਜੁਟ ਜਾਓ, because I've told you this statistic, ਜਿੰਨੇ ਕੈਂਡੀਡੇਟਸ ਨੇ ਪਿਛਲੀ ਵਾਰ ਇੰਟਰਵਿਊ ਦਿੱਤੀ ਹੈ ਉਸ ਤੋਂ ਜ਼ਿਆਦਾ ਕੈਂਡੀਡੇਟਸ ਲਈ ਤਾਂ ਇਸ ਵਾਰ ਸਿਰਫ ਵੈਕੈਂਸੀਜ਼ ਹੀ ਨੇ। ਲਾਸਟ ਟਾਈਮ ਓਨਲੀ 250 ਅਰਾਊਂਡ ਕੈਂਡੀਡੇਟਸ ਨੇ ਇੰਟਰਵਿਊ ਦਿੱਤੀ ਸੀ, ਜਿਸ ਦੇ ਵਿੱਚੋਂ ਫਾਈਨਲੀ 75 ਸਿਲੈਕਟ ਹੋਏ ਸੀ, ਬਟ ਇਸ ਵਾਰ 322 ਤਾਂ ਵੈਕੈਂਸੀਜ਼ ਹੀ ਹੈ। ਸੋ ਇਟਸ ਅ ਰੀਲੀ ਗੁੱਡ ਓਪਰਚੁਨਿਟੀ ਫॉर ਯੂ, ਡੂ ਅਵੇਲ ਇਟ। ਇਹਦੇ ਵਿੱਚੋਂ ਪੀਸੀਐਸ ਐਗਜ਼ੀਕਿਊਟਿਵ ਦੀਆਂ ਬਹੁਤ ਹੀ ਸਰਪ੍ਰਾਈਜ਼ਿੰਗਲੀ 46 ਵੈਕੈਂਸੀਜ਼ ਹੈ, ਤੇ ਇਹਦਾ ਅੱਜ ਤੋਂ 6 ਮਹੀਨੇ ਪਹਿਲਾਂ ਹੋਏ ਉਸ ਡਿਸੀਜਨ ਨਾਲ ਡਾਇਰੈਕਟ ਕਨੈਕਸ਼ਨ ਹੈ, ਜਿਹਦੇ ਵਿੱਚ ਪੰਜਾਬ ਪੀਸੀਐਸ ਐਗਜ਼ੀਕਿਊਟਿਵ ਬ੍ਰਾਂਚ ਦੀ ਕਾਡਰ ਸਟਰੈਂਥ ਨੂੰ ਵਧਾ ਦਿੱਤਾ ਗਿਆ ਸੀ। ਸੋ ਆਫ ਕੋਰਸ ਅ ਲੋਟ ਆਫ ਨਿਊ ਪੋਜੀਸ਼ਨਸ ਹੈਵ ਬੀਨ ਕ੍ਰੀਏਟਡ ਇਨ ਐਗਜ਼ੀਕਿਊਟਿਵ, ਐਂਡ ਉਹ ਇਸ ਵਾਰ ਦੇ ਐਗਜ਼ਾਮ ਤੋਂ ਫਿਲ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਇਸ ਤੋਂ 1 ਮਹੀਨਾ ਪਹਿਲਾਂ ਜਿਹੜਾ ਰਜਿਸਟਰ A2 ਤੇ ਰਜਿਸਟਰ C ਦਾ ਐਗਜ਼ਾਮ ਦਾ ਰਿਜ਼ਲਟ ਪੀਪੀਐਸਸੀ ਨੇ ਕੱਢਿਆ, ਉਹਦੇ ਥਰੂ ਵੀ ਪੀਸੀਐਸ ਐਗਜ਼ੀਕਿਊਟਿਵ ਦੀਆਂ ਹੀ ਪੋਜੀਸ਼ਨਸ ਭਰੀਆਂ ਗਈਆਂ ਸੀ ਥਰੂ ਪ੍ਰੋਮੋਸ਼ਨ। ਤਾਂ ਉਹ ਕਾਡਰ ਸਟਰੈਂਥ ਵਧਣ ਕਰਕੇ ਹੀ ਇਹ ਸਾਰੀਆਂ ਵੈਕੈਂਸੀਜ਼ ਜਿਹੜੀਆਂ ਫਿਲ ਕੀਤੀਆਂ ਜਾ ਰਹੀਆਂ। ਤਾਂ ਤੁਹਾਨੂੰ ਉਹਦਾ ਫਾਇਦਾ ਇਹ ਹੈ ਕਿ ਹੁਣ ਗੁੱਡ ਨੰਬਰ ਆਫ ਐਗਜ਼ੀਕਿਊਟਿਵ ਬ੍ਰਾਂਚ ਵੈਕੈਂਸੀਜ਼ ਆ ਦੇयर। ਡੀਐਸਪੀ ਦੀਆਂ ਥੋੜੀ ਜੀ ਘੱਟ ਵੈਕੈਂਸੀਜ਼ ਇਸ ਵਾਰ ਆਈਆਂ 17, ਤਹਿਸੀਲਦਾਰ ਦੀਆਂ 27, ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ। ਨਾਓ ਦਿਸ ਇਜ਼ ਸਮਥਿੰਗ ਰੀਅਲੀ ਇੰਟਰਸਟਿੰਗ, ਸਭ ਤੋਂ ਵੱਧ ਵੈਕੈਂਸੀਜ਼ ਜਿਹੜੀਆਂ ਉਹ ਈਟੀਓ ਦੀਆਂ ਨੇ। ਲਾਸਟ ਟਾਈਮ ਜਦੋਂ ਪੀਸੀਐਸ ਦਾ ਐਗਜ਼ਾਮ ਹੋਇਆ ਸੀ ਉਹਦੇ ਵਿੱਚ ਥੋੜੀ ਜਿਹੀ ਕੰਟਰੋਵਰਸੀ ਹੋ ਗਈ ਸੀ, ਜਿਹੜੇ ਪ੍ਰਮੋਟ ਹੋ ਕੇ ਈਟੀਓ ਬਣਨ ਵਾਲੇ ਕੈਂਡੀਡੇਟ ਸੀਗੇ ਉਹਨਾਂ ਨੇ ਉਹਦੇ ਤੇ ਕੋਈ ਕੰਟਰੋਵਰਸੀ ਕਰਤੀ ਸੀ। देयर वाज सम ਯੂ ਕੈਨ ਸੇ ਆਬਜੈਕਸ਼ਨ ਰੇਜ਼ਡ ਬਾਈ them ਕਿ ਪਹਿਲਾਂ ਸਾਨੂੰ ਵੀ ਪ੍ਰਮੋਟ ਕੀਤਾ ਜਾਏ। ਤਾਂ ਇਸ ਕਰਕੇ ਪਿਛਲੀ ਵਾਰ ਈਟੀਓ ਦੀ ਜਿਹੜੀ ਸੀਗੀਆਂ ਪੋਜੀਸ਼ਨ ਦੇ ਵਿੱਚ ਨਹੀਂ ਸੀਗੀਆਂ, ਬਟ ਇਸ ਵਾਰ ਉਹ ਐਡ ਹੋ ਕੇ ਆਈਆਂ, ਐਂਡ ਦੈਟਸ ਵਾਈ we have good number of ETO vacancies now. Then food supply officer, BDPO, assistant registrar cooperative society, labor conciliation officer, employment generation skill development officer, and deputy superintendent jails and the other Punjab prison services ne. So these are all the vacancies, the total 322 ਇਹਦੇ ਚ vacancies advertise ਕੀਤੀਆਂ ਗਈਆਂ ਨੇ। ਹੁਣ ਇਹਦੇ ਚ ਕੁਝ ਬਹੁਤ ਧਿਆਨ ਦੇਣਯੋਗ ਗੱਲਾਂ ਜੋ ਆਪਾਂ ਦੇਖਾਂਗੇ। ਸਭ ਤੋਂ ਪਹਿਲੀ ਗੱਲ ਇਹ ਕਿ ਜੋ 33% ਰਿਜ਼ਰਵੇਸ਼ਨ ਵਿਮਨ ਆਫ ਪੰਜਾਬ ਲਈ ਨੋਟੀਫਿਕੇਸ਼ਨ ਜਾਰੀ ਹੋਈ ਸੀ 2020 ਚ, ਉਹ ਇਸ ਤੇ ਵੀ ਅਪਲਾਈ ਹੁੰਦੀ ਹੈ। ਦੈਟ ਮੀਨਸ ਜਦੋਂ ਤੁਸੀਂ ਬ੍ਰੇਕਅਪ ਆਫ ਵੈਕੈਂਸੀਜ਼ ਦਾ ਚਾਰਟ ਦੇਖੋਗੇ ਤਾਂ ਹਰ ਇੱਕ ਕੈਟਾਗਰੀ ਦੇ ਵਿੱਚ ਵਿਮਨ ਆਫ ਪੰਜਾਬ ਲਈ 1/3 ਸੀਟਸ ਰਿਜ਼ਰਵ ਨੇ, ਤੇ ਜਨਰਲ ਕੈਟਾਗਰੀ ਦੇ ਵਿੱਚ ਲੈਟਸ ਸੇ ਜਨਰਲ ਕੈਟਾਗਰੀ ਦੀ ਟੋਟਲ ਜਿੰਨੀ ਵੈਕੈਂਸੀਜ਼ ਨੇ ਉਹਦਾ 1/3 ਦੇ ਬਰਾਬਰ ਜਨਰਲ ਕੈਟਾਗਰੀ ਆਫ ਵਿਮਨ ਆਫ ਪੰਜਾਬ ਡੋਮਿਸਾਈਲ ਲਈ 1/3 ਸੀਟ ਰਿਜ਼ਰਵ ਨੇ। ਸਿਮਿਲਰਲੀ ਐਸਸੀ, ਸਿਮਿਲਰਲੀ ਬੀਸੀ, ਸਿਮਿਲਰਲੀ ESM, LDSM, every category has women seats reserved separately. ਤਾਂ ਉਹ ਇਸ ਤੇ ਵੀ ਅਪਲਾਈ ਹੁੰਦਾ, number 1. Number 2, now there is a very strict criteria this time. ਪਿਛਲੀ ਵਾਰ ਇੱਕ ਪ੍ਰੋਬਲਮ ਜਿਹੜੀ ਹੈ ਪੀਪੀਐਸਸੀ ਨੇ ਫੇਸ ਕੀਤੀ ਕਿ ਕਈ ਕੈਂਡੀਡੇਟਸ ਨੇ ਸਪੋਰਟਸ ਕੈਟਾਗਰੀ ਦੇ ਵਿੱਚ ਅਪਲਾਈ ਕਰਤਾ, ਪਰ ਉਹਨਾਂ ਦਾ ਗ੍ਰੇਡੇਸ਼ਨ ਸਰਟੀਫਿਕੇਟ ਅਪ ਟੂ ਦਾ ਮਾਰਕ ਨਹੀਂ ਮਿਲਿਆ ਬਾਅਦ ਦੇ ਵਿੱਚੋਂ। ਤਾਂ ਉਹਨਾਂ ਨੂੰ ਅਲਾਉ ਕਰ ਦਿੱਤਾ ਗਿਆ ਕਿ ਤੁਸੀਂ ਆਪਣੀ ਬੇਸਿਕ ਕੈਟਾਗਰੀ ਦੇ ਵਿੱਚ ਤੁਹਾਨੂੰ ਅਸੀਂ ਕੰਸੀਡਰ ਕਰ ਲਾਂਗੇ। ਸੋ ਲੈਟਸ ਸੇ ਇਫ देयर इज अ कैंडिडेट X ਜੋ ਕਿ ਇੱਕ ਜਨਰਲ ਕੈਟਾਗਰੀ ਕੈਂਡੀਡੇਟ ਹੈ ਤੇ ਉਹ ਸਪੋਰਟਸ ਕੈਟਾਗਰੀ 'ਚ ਅਪਲਾਈ ਕਰ ਰਿਹਾ, ਬਾਅਦ 'ਚੋਂ ਜਦੋਂ ਸਰਟੀਫਿਕੇਟ ਅਪ ਟੂ ਦਾ ਮਾਰਕ ਨਹੀਂ ਮਿਲਦਾ ਤਾਂ ਉਹਨੂੰ ਜਨਰਲ ਕੰਸੀਡਰ ਕਰ ਲਿਆ ਜਾਂਦਾ ਸੀ। ਬਟ ਇਸ ਵਾਰ ਇਹਨਾਂ ਨੇ ਸਾਫ਼-ਸਾਫ਼ ਲਿਖਿਆ ਹੈ ਜੇ ਬਾਅਦ ਦੇ ਵਿੱਚੋਂ ਸਰਟੀਫਿਕੇਟ ਸਹੀ ਨਹੀਂ ਪਾਇਆ ਗਿਆ ਤਾਂ that candidate will not be considered even in their basic category as well. ਯਾਨੀ ਕਿ ਉਹਨੂੰ ਐਗਜ਼ਾਮ ਹੀ ਨਹੀਂ ਦੇਣ ਦਿੱਤਾ ਜਾਏਗਾ। ਸੋ ਇਟ ਮੀਨਸ ਕਿ ਤੁਸੀਂ ਹੁਣ ਜੇ ਚੀਜ਼ ਪ੍ਰੂਵ ਨਹੀਂ ਕਰ ਪਾਏ, ਯੂ ਵਿਲ ਨਾਟ ਬੀ ਅਲਾਉਡ ਟੂ ਅਪੀਅਰ ਈਵਨ ਇਨ ਯੋਰ ਬੇਸਿਕ ਕੈਟਾਗਰੀ, ਤੇ ਤੁਸੀਂ ਦੁਬਾਰਾ ਅਪਲਾਈ ਨਹੀਂ ਕਰ ਸਕਦੇ, ਅਗਲੇ ਐਗਜ਼ਾਮ ਪ੍ਰੋਸੈਸ 'ਚ ਹੀ ਤੁਹਾਨੂੰ ਅਪਲਾਈ ਕਰਨਾ ਪਏਗਾ। ਸੋ ਦਿਸ ਇਜ਼ ਪੀਪੀਐਸਸੀ ਗੈਟਿੰਗ ਸਟ੍ਰਿਕਟ ਔਨ ਦੋਜ਼ ਕੈਂਡੀਡੇਟਸ ਜੇ ਸ਼ੁਰੂ ਵਿੱਚ ਅਪਲਾਈ ਕਰ ਦਿੰਦੇ ਆ ਕਿ ਚਲੋ ਜੇ ਸਾਡਾ ਤੀਰ ਤੁੱਕਾ ਲੱਗ ਗਿਆ ਤਾਂ ਵੀ ਠੀਕ ਹੈ, ਜੇ ਸਰਟੀਫਿਕੇਟ ਨਹੀਂ ਵੀ ਐਕਸੈਪਟ ਹੋਇਆ ਤਾਂ ਬੇਸਿਕ ਕੈਟਾਗਰੀ 'ਚ ਤਾਂ ਸਾਨੂੰ ਕੰਸੀਡਰ ਕਰ ਹੀ ਲਿਆ ਜਾਏਗਾ। ਦੈਟ ਇਜ਼ ਨਾਟ ਗੋਇੰਗ ਟੂ ਹੈਪਨ ਨਾਓ। ਉਸ ਤੋਂ ਬਾਅਦ ਬੈਂਚਮਾਰਕ ਡਿਸੇਬਿਲਿਟੀਜ਼ ਦੇ ਉੱਤੇ ਵੀ ਕਮਿਸ਼ਨ ਥੋੜੀ ਜਿਹੀ ਸਟ੍ਰਿਕਟ ਹੈ ਬਿਕੋਜ਼ ਆਫ ਲਾਸਟ ਈਅਰ ਦਾ ਜਿਹੜਾ ਯੂਪੀਐਸਸੀ ਦੇ ਵਿੱਚ ਕੰਟਰੋਵਰਸੀ ਹੋਈ ਹੈ ਕਿ ਇਹ ਸਰਟੀਫਿਕੇਟਸ ਜਿਹੜੇ ਆ ਉਹ ਕੋਈ ਵੀ ਸਰਟੀਫਿਕੇਟ ਐਦਾਂ ਨਹੀਂ ਚੱਲ ਜਾਊਗਾ, ਦੇ ਸ਼ੁੱਡ ਬੀ ਅਕੋਰਡਿੰਗ ਟੂ ਸੈਕਸ਼ਨ 2 clause R ਆਫ ਰਾਈਟ ਆਫ ਪਰਸਨਸ ਵਿਦ ਡਿਸੇਬਿਲਿਟੀਜ਼ ਐਕਟ 2016, ਯਾਨੀ ਕਿ ਤੁਹਾਡੀ ਮਿਨੀਮਮ ਡਿਸੇਬਿਲਿਟੀ ਜਿਹੜੀ ਹੈ ਉਹ 40% ਹੋਣੀ ਚਾਹੀਦੀ ਹੈ। If your disability or benchmark disability is less than 40%, then you are not eligible for this particular category. ਤੇ ਜੇ ਇਹ ਬਾਅਦ ਦੇ ਵਿੱਚੋਂ ਸਹੀ ਨਹੀਂ ਪਾਈ ਗਈ ਤਾਂ ਤੁਹਾਨੂੰ ਫੇਰ ਤੁਹਾਡੀ ਬੇਸਿਕ ਕੈਟਾਗਰੀ 'ਚ ਕੰਸੀਡਰ ਨਹੀਂ ਕੀਤਾ ਜਾਏਗਾ। You will altogether be denied the chance to appear for this exam. ਤੇ ਲਾਸਟ ਇਹਦੇ ਵਿੱਚ ਜਿਹੜਾ ਪੁਆਇੰਟ ਹੈ
ਇੱਕ ਵਾਰ ਜਿਹੜੀ ਕੈਟਾਗਰੀ ਤੁਸੀਂ ਚੂਜ਼ ਕਰ ਲਈ, you will not be able to change it. So fill the form very carefully because you will not be allowed to change your category. ਰਾਈਟ? ਤਾਂ ਇਹ ਜਿਹੜੀ ਹੈ ਅਪਲਾਈ ਕਰਨ ਨੂੰ ਲੈ ਕੇ ਕੁਝ ਇੰਪੋਰਟੈਂਟ ਇਨਸਟਰਕਸ਼ਨਸ ਨੇ। ਕੁਝ ਸਟੂਡੈਂਟ ਸਾਨੂੰ ਬਾਰ-ਬਾਰ ਪੁੱਛਦੇ ਆ ਕਿ ਆਰਡਰ ਆਫ ਪ੍ਰੈਫਰੈਂਸ ਜਿਹੜੀ ਹੈ ਸਰਵਿਸਿਜ਼ ਦੀ, ਕਿ ਐਗਜ਼ੀਕਿਊਟਿਵ, ਡੀਐਸਪੀ ਐਂਡ ਦਿਸ ਐਂਡ ਦੈਟ, ਉਹ ਕਦੋਂ ਆਪਾਂ ਸ਼ੋ ਕਰਨੀ ਹੁੰਦੀ ਹੈ। ਉਹ ਮੇਨਸ ਐਗਜ਼ਾਮ ਤੋਂ ਪਹਿਲਾਂ ਜਿਹੜਾ ਫਾਰਮ ਭਰਿਆ ਜਾਂਦਾ, ਜਿਹਨੂੰ ਆਪਾਂ ਡੈਫ ਕਹਿੰਦੇ ਆ, ਡਿਟੇਲਡ ਐਪਲੀਕੇਸ਼ਨ ਫਾਰਮ, ਉਹਦੇ ਵਿੱਚ ਤੁਸੀਂ ਦੱਸਣਾ। ਪ੍ਰੀਲਿਮਸ ਦੇ ਫਾਰਮ ਦੇ ਵਿੱਚ ਉਹ ਨਹੀਂ ਦੱਸਣਾ ਹੁੰਦਾ, ਤਾਂ ਇਸ ਕਰਕੇ ਦੈਟ ਇਜ਼ ਨਾਟ ਗੋਇੰਗ ਟੂ ਬੀ ਚੇਂਜ। ਤਾਂ ਐਪਲੀਕੇਸ਼ਨ ਫਾਰਮ ਜਿਹੜਾ ਮੇਨਸ ਕੰਪੀਟੀਟਿਵ ਐਗਜ਼ਾਮ ਤੋਂ ਪਹਿਲਾਂ ਭਰਿਆ ਜਾਏਗਾ, once you clear the prelims, ਉਹਦੇ ਵਿੱਚ ਤੁਹਾਨੂੰ ਸਰਵਿਸ ਪ੍ਰੈਫਰੈਂਸ ਦੇਣੀ ਹੋਏਗੀ ਤੇ ਉਹ ਫਾਈਨਲ ਮੰਨੀ ਜਾਏਗੀ ਅਨਲੈਸ ਤੁਸੀਂ ਉਹ ਫਾਈਨਲ ਰਿਜ਼ਲਟ ਆਉਣ ਤੋਂ ਪਹਿਲਾਂ ਚੇਂਜ ਕਰਵਾ ਲਓ। ਲੈਟ ਅਸ ਸੇ ਜੇ ਤੁਸੀਂ ਸਿਰਫ ਪੀਸੀਐਸ ਐਗਜ਼ੀਕਿਊਟਿਵ ਭਰਦੇ ਹੋ ਉਹਦੇ ਵਿੱਚ, ਤੇ ਹੁਣ ਫਾਈਨਲ ਰਿਜ਼ਲਟ ਦੇ ਅਕੋਰਡਿੰਗ ਤੁਹਾਨੂੰ ਤਹਿਸੀਲਦਾਰ ਜਾਂ ਬੀਡੀਪੀਓ ਜਾਂ ਕੋਈ ਵੀ ਹੋਰ ਪੋਜੀਸ਼ਨ ਮਿਲ ਰਹੀ ਸੀ, ਤਾਂ ਕਿਉਂਕਿ ਤੁਸੀਂ ਉਹ ਨਹੀਂ ਭਰੀ ਹੋਈ, ਹੁਣ ਤੁਹਾਨੂੰ ਉਹ ਵੈਕੈਂਸੀ ਦੇ ਅਗੇਂਸਟ ਕੰਸੀਡਰ ਨਹੀਂ ਕੀਤਾ ਜਾਏਗਾ। ਸੋ ਆਈਡੀਅਲੀ ਯੂ ਸ਼ੁਡ ਫਿਲ ਆਲ ਦ ਸਰਵਿਸਿਜ਼ ਫਰੋਮ ਟੌਪ ਟੂ ਬॉटम, ਇਨ ਥੋੜਾ ਬਹੁਤ ਚੇਂਜ ਕਰਕੇ ਜੋ ਵੀ ਤੁਹਾਡੀ ਪ੍ਰੈਫਰੈਂਸ ਹੋਏਗੀ। ਦੈਨ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ। ਬੈਚਲਰ ਡਿਗਰੀ ਹੋਣੀ ਚਾਹੀਦੀ ਹੈ, ਕਿਸੇ ਵੀ ਡਿਸਿਪਲਿਨ ਦੇ ਵਿੱਚ ਹੋ ਸਕਦੀ ਹੈ, ਫਰੋਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ। ਤੇ ਇਹਦੇ ਵਿੱਚ ਇੱਕ ਡਾਊਟ ਜੋ ਸਾਨੂੰ ਕਾਫੀ ਬਾਰ-ਬਾਰ ਸਟੂਡੈਂਟਸ ਪੁੱਛਦੇ ਆ ਕਿ ਜੇ ਅਸੀਂ ਫਾਈਨਲ ਈਅਰ ਦੇ ਵਿੱਚ ਆ, ਥਰਡ ਈਅਰ ਜਾਂ ਫੋਰਥ ਈਅਰ ਆਫ ਇੰਜੀਨੀਅਰਿੰਗ ਹੈ ਲੈਟਸ ਸੇ, ਜਾਂ ਥਰਡ ਈਅਰ ਆਫ ਬੀਏ ਬੀਐਸਸੀ ਕੋਈ ਵੀ ਇਦਾਂ ਦੀ ਡਿਗਰੀ ਹੈ, ਤਾਂ ਹਾਲੇ ਅਸੀਂ ਫਾਈਨਲ ਈਅਰ ਦੇ ਵਿੱਚ ਆ। ਸੋ ਲੈਟ ਅਸ ਸੇ ਦਿਸ ਇਜ਼ ਜਨਵਰੀ 2025, ਤਾਂ ਸਾਡੀ ਡਿਗਰੀ ਜਿਹੜੀ ਹੈ ਉਹ ਜੂਨ ਦੇ ਵਿੱਚ, ਮਈ ਜੂਨ ਦੇ ਵਿੱਚ ਕੰਪਲੀਟ ਹੋਏਗੀ। ਐਗਜ਼ਾਮਸ ਜਿਹੜੇ ਆ ਮਈ ਜੂਨ ਚ ਹੋਣਗੇ। ਆਰ ਵੀ ਐਲੀਜੀਬਲ? ਯੈਸ ਯੂ ਆਰ। ਯੂ ਕੈਨ ਅਪੀਅਰ ਇਨ ਦ ਪ੍ਰੀਲਿਮਸ ਐਗਜ਼ਾਮ, ਲੇਕਿਨ ਮੇਨਸ ਐਗਜ਼ਾਮ ਹੋਣ ਤੋਂ ਪਹਿਲਾਂ ਜਦੋਂ ਤੁਸੀਂ ਡੈਫ ਸਬਮਿਟ ਕਰੋਗੇ ਤਾਂ ਉਹਦੇ ਨਾਲ ਤੁਹਾਡੀ ਡਿਗਰੀ ਕੰਪਲੀਸ਼ਨ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ, ਚਾਹੇ ਉਹ ਡੀਐਮਸੀ ਹੋਏ, ਚਾਹੇ ਉਹ ਪ੍ਰੋਵੀਜ਼ਨਲ ਡਿਗਰੀ ਹੋਏ। You should have a proof that you have passed your graduation. ਜੇ ਉਸ ਟਾਈਮ ਤੱਕ God forbid ਅਰੇਂਜ ਨਹੀਂ ਹੋ ਪਾਉਂਦਾ ਤਾਂ ਤੁਸੀਂ ਮੇਨਸ ਐਗਜ਼ਾਮ ਨਹੀਂ ਦੇ ਪਾਓਗੇ। ਤਾਂ ਇਹ ਤੁਸੀਂ ਦੇਖਣਾ ਹੈ ਕਿ ਜੇ ਮੇਨਸ ਐਗਜ਼ਾਮ ਲੈਟ ਅਸ ਸੇ ਅਗਸਤ ਦੇ ਵਿੱਚ ਹੋ ਰਿਹਾ, ਤਾਂ ਮੇਨਸ ਦਾ ਫਾਰਮ ਸਬਮਿਟ ਕਰਨ ਦੀ ਲਾਸਟ ਡੇਟ ਜੇ ਜੁਲਾਈ ਦੇ ਵਿੱਚ ਕਿਤੇ ਆਉਂਦੀ ਹੈ, will you be able to get the proof of having cleared your graduation by that date or not? If you can, then of course you can apply, but ਕਮਿਸ਼ਨ ਨੇ ਬੜੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਪ੍ਰੀਲਿਮਸ ਐਗਜ਼ਾਮ ਤੁਸੀਂ ਦੇ ਸਕਦੇ ਹੋ ਵਾਈਲ ਯੂ ਆਰ ਅਪੀਅਰਿੰਗ ਫॉर योर ਕੁਆਲੀਫਾਈਂਗ ਐਗਜ਼ਾਮ, ਲੇਕਿਨ ਯੂ ਆਰ ਰਿਕੁਆਇਰਡ ਟੂ ਪ੍ਰੋਡਿਊਸ ਪ੍ਰੂਫ ਆਫ ਪਾਸਿੰਗ ਦ ਡਿਗਰੀ ਕੋਰਸ ਟੂ ਬੀ ਐਲੀਜੀਬਲ ਟੂ ਟੇਕ ਦ ਮੇਨ ਐਗਜ਼ਾਮ। ਤਾਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜੂਨ ਜੁਲਾਈ ਜਾਂ ਜਦੋਂ ਵੀ ਮੇਨਸ ਦੀ ਫਾਰਮ ਸਬਮਿਟ ਕਰਨ ਦੀ ਲਾਸਟ ਡੇਟ ਹੈ, ਉਦੋਂ ਤੱਕ ਆਪਣੀ ਡਿਗਰੀ ਦਾ ਸਰਟੀਫਿਕੇਟ ਜਾਂ ਡੀਐਮਸੀ ਪ੍ਰੋਡਿਊਸ ਕਰ ਸਕਦੇ ਹੋ, ਤਾਂ ਤੁਸੀਂ ਇਸ ਐਗਜ਼ਾਮ ਲਈ ਬੈਠ ਸਕਦੇ ਹੋ ਮੇਨਸ ਲਈ। Otherwise, it can be the situation, unfortunately, ਕਿ ਤੁਹਾਡਾ ਪ੍ਰੀਲਿਮਸ ਕਲੀਅਰ ਹੋ ਗਿਆ ਬਟ ਮੇਨਸ ਦਾ ਫਾਰਮ ਦੀ ਲਾਸਟ ਡੇਟ ਤੱਕ ਵੀ ਤੁਹਾਡੇ ਕੋਲ ਡਿਗਰੀ ਪਾਸ ਕਰਨ ਦਾ ਕੋਈ ਪ੍ਰੂਫ ਨਹੀਂ ਹੈ, ਜਾਂ ਤੁਹਾਡਾ ਰਿਜ਼ਲਟ ਹੀ ਨਹੀਂ ਆਇਆ, ਜਾਂ ਰਿਜ਼ਲਟ ਬਣਿਆ ਨਹੀਂ, ਤਾਂ ਯੂ ਵਿਲ ਨਾਟ ਬੀ ਅਲਾਊਡ ਟੂ ਸਿਟ ਫॉर ਦ ਮੇਨ ਐਗਜ਼ਾਮ। ਕਿਉਂਕਿ ਮੇਨ ਐਗਜ਼ਾਮ ਦੇ ਲਈ ਜੋ ਹਾਰਡ ਕਾਪੀ ਸਬਮਿਟ ਕਰਨੀ ਹੋਏਗੀ ਤੁਸੀਂ ਫਾਰਮ ਦੀ, ਉਹਦੇ ਨਾਲ ਡਿਗਰੀ ਦੀ ਡੀਐਮਸੀ ਲਗਾਉਣੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਉਹ ਨਹੀਂ ਲਗਾਓਗੇ, ਫਾਰਮ ਵਿਲ ਬੀ ਰਿਜੈਕਟ। ਉਸ ਤੋਂ ਬਾਅਦ 10th ਸਟੈਂਡਰਡ ਦਾ ਲੈਵਲ ਤੇ ਪੰਜਾਬੀ ਕਲੀਅਰ ਕਰਨੀ ਬਹੁਤ ਜ਼ਰੂਰੀ ਹੈ। ਜੇ ਤੁਸੀਂ ਐਕਚੁਅਲੀ ਨਹੀਂ ਕੀਤੀ ਹੋਈ ਤਾਂ ਉਹਦੇ ਹੋਰ ਵੀ ਤਰੀਕੇ ਹੈ, ਜਾਂ ਤਾਂ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਐਗਜ਼ਾਮ ਦੇ ਸਕਦੇ ਹੋ, ਜਾਂ ਫਿਰ ਇੱਕ ਪੰਜਾਬ ਦੇ ਭਾਸ਼ਾ ਵਿਭਾਗ ਜਾਂ ਲੈਂਗੁਏਜ ਡਿਪਾਰਟਮੈਂਟ ਵੱਲੋਂ ਕਰਾਇਆ ਜਾਣ ਵਾਲਾ ਜਿਹੜਾ ਐਗਜ਼ਾਮ ਹੈ, ਉਹਨੂੰ ਵੀ ਤੁਸੀਂ ਅਪੀਅਰ ਕਰਕੇ ਐਲੀਜੀਬਲ ਹੋ ਸਕਦੇ ਹੋ। ਰਾਈਟ? ਤੇ ਇਹ ਜਿਹੜੀ ਐਲੀਜੀਬਿਲਿਟੀ ਹੈ, ਟੂ ਬੀ ਵੈਰੀ ਪ੍ਰੀਸਾਈਜ਼, ਪ੍ਰੀਲਿਮਿਨਰੀ ਐਗਜ਼ਾਮ ਤੋਂ ਪਹਿਲਾਂ ਕੰਪਲੀਟ ਕਰਨੀ ਹੈ। So if you have not done it by now, you cannot do it now onwards. The prelims exam ਕਰਨ ਤੋਂ appear ਹੋਣ ਤੋਂ ਪਹਿਲਾਂ ਜਦੋਂ ਹੁਣ ਤੁਸੀਂ ਫਾਰਮ ਭਰੋਗੇ ਉਹਦੇ 'ਚ ਤੁਹਾਨੂੰ ਪੁੱਛਿਆ ਜਾਏਗਾ। So if you appear after now, it may not be considered. Right? ਉਸ ਤੋਂ ਬਾਅਦ there are two specific provisions as an exemption to Punjabi language paper. ਦੋ ਐਸੀ ਕੈਟੇਗਰੀਜ਼ ਹੈ। ਪਹਿਲੀ ਕੈਟੇਗਰੀ ਹੈ ਵਾਰਡ ਆਫ ਡਿਫੈਂਸ ਸਰਵਿਸ ਪਰਸਨਲ। ਜੇ ਤੁਸੀਂ ਡਿਫੈਂਸ ਸਰਵਿਸ ਪਰਸਨਲ ਦੇ ਵਾਰਡ ਹੋ ਜੋ ਕਿ ਪੰਜਾਬ ਦੇ ਰੈਜ਼ੀਡੈਂਟ ਨੇ, ਤਾਂ ਉਸ ਕੇਸ ਦੇ ਵਿੱਚ ਪੰਜਾਬੀ ਲੈਂਗੁਏਜ ਦੇ ਐਗਜ਼ਾਮ ਤੋਂ ਤੁਹਾਨੂੰ ਐਗਜ਼ੈਂਪਟ ਕੀਤਾ ਜਾਂਦਾ ਹੈ ਫॉर द ਪਰਪਸ ਆਫ ਟੇਕਿੰਗ ਦਿਸ ਐਗਜ਼ਾਮ। ਲੇਕਿਨ ਜਦੋਂ ਤੁਸੀਂ ਪੀਸੀਐਸ ਬਣ ਜਾਓਗੇ, ਅਪਾਇੰਟਮੈਂਟ ਹੋਣ ਤੋਂ 2 ਸਾਲ ਦੇ ਅੰਦਰ ਤੁਹਾਨੂੰ ਐਗਜ਼ਾਮ ਪਾਸ ਕਰਨਾ ਜ਼ਰੂਰੀ ਹੋਏਗਾ। ਉਹ ਐਗਜ਼ਾਮ ਜਿਹੜਾ ਹੈ ਉਹ ਲੈਂਗੁਏਜ ਵਿੰਗ ਆਫ ਡਿਪਾਰਟਮੈਂਟ ਆਫ ਪੰਜਾਬ ਗਵਰਨਮੈਂਟ ਤੋਂ ਵੀ ਹੋ ਸਕਦਾ, ਜੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਭਾਸ਼ਾ ਵਿਭਾਗ ਵਾਲਾ, ਜਾਂ ਫਿਰ ਜਿਹੜਾ ਵੀ ਮੈਟ੍ਰਿਕ ਦਾ ਐਗਜ਼ਾਮ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਲੈਂਦਾ ਉਹ ਵੀ ਤੁਸੀਂ ਦੇ ਸਕਦੇ ਹੋ। ਤਾਂ ਤੁਹਾਨੂੰ 2 ਸਾਲ ਦੀ ਰਿਲੈਕਸੇਸ਼ਨ ਹੈ ਕਿ ਤੁਸੀਂ ਪਹਿਲਾਂ ਪੀਸੀਐਸ ਦਾ ਐਗਜ਼ਾਮ ਕਲੀਅਰ ਕਰ ਲਓ, ਉਸ ਤੋਂ ਬਾਅਦ 2 ਸਾਲ ਦੇ ਅੰਦਰ ਤੁਸੀਂ
ਇਹ ਪੇਪਰ ਕਲੀਅਰ ਕਰਨਾ ਜ਼ਰੂਰੀ ਹੋਏਗਾ। ਇਫ ਯੂ ਆਰ ਵਾਰਡ ਆਫ ਅ ਡਿਫੈਂਸ ਸਰਵਿਸ ਪਰਸਨਲ ਹੂ ਇਜ਼ ਅ ਰੈਜ਼ੀਡੈਂਟ ਆਫ ਪੰਜਾਬ। ਇੱਕ ਹੋਰ ਕੈਟੇਗਰੀ ਹੈ ਜਿਸ ਕੇਸ ਦੇ ਵਿੱਚ ਤੁਹਾਨੂੰ ਪੰਜਾਬੀ ਦਾ ਪੇਪਰ ਦੇਣਾ ਹੀ ਜ਼ਰੂਰੀ ਨਹੀਂ ਹੈ। ਯੂ ਕੈਨ ਅਪੀਅਰ ਫॉर ਪੀਸੀਐਸ ਵਿਦਆਊਟ ਦੈਟ ਐਗਜ਼ਾਮ, ਈਵਨ ਬਾਅਦ ਚ ਵੀ ਕਲੀਅਰ ਨਹੀਂ ਕਰਨਾ ਤੁਸੀਂ। ਦੈਟ ਇਜ਼ ਇਫ ਯੂ ਆਰ ਅ ਵਾਰ ਹੀਰੋ ਹੂ ਹੈਜ਼ ਬੀਨ ਡਿਸਚਾਰਜ ਫਰਮ ਸਰਵਿਸ ਔਨ ਅਕਾਊਂਟ ਆਫ ਡਿਸੇਬਿਲਿਟੀ। ਤੇ ਤੁਹਾਡੇ ਜਿਹੜੇ ਵਿਡੋ ਹੈ ਜਾਂ ਤੁਸੀਂ ਵਿਡੋ ਹੋ ਜਾਂ ਤੁਹਾਡੀ ਫੈਮਿਲੀ ਦਾ ਕੋਈ ਵੀ ਮੈਂਬਰ ਉਸ ਦੀ ਜਗ੍ਹਾ ਸਰਵ ਕਰ ਰਿਹਾ, in that case you are not required to have the aforesaid knowledge, यानी कि पंजाबी देना जरूरी नहीं है। So if you are a war hero discharged from service on account of disability, you do not need to appear for पंजाबी exam at all। ਜੇ ਪਹਿਲਾਂ ਕੀਤਾ ਹੋਇਆ ਤਾਂ ਠੀਕ ਹੈ, ਨਹੀਂ ਵੀ ਕੀਤਾ ਹੋਇਆ you are exempted। ਇਹ ਦੋ exceptions ਨੇ ਪੰਜਾਬੀ ਦੇ ਪੇਪਰ ਲਈ। Other than this, every person of every category is required to have Punjabi in their 10th और बाद ਦੇ ਵਿੱਚ ਉਹਨਾਂ ਨੇ ਐਗਜ਼ਾਮ ਦਿੱਤਾ ਹੋਵੇ। ਏਜ ਲਿਮਿਟ ਦੀ ਜੇ ਗੱਲ ਕਰੀਏ, ਏਜ ਲਿਮਿਟ 1 ਜਨਵਰੀ 2025 ਨੂੰ ਕੰਸੀਡਰ ਕੀਤੀ ਜਾਂਦੀ ਹੈ। ਜਿਸ ਸਾਲ ਇਸ ਐਗਜ਼ਾਮ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਹੈ, ਤਾਂ ਇਹਦੀ ਲਾਸਟ ਡੇਟ ਜੋ ਹੈ 3 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਹੈ। ਤਾਂ 31 ਜਨਵਰੀ ਜਿਹੜਾ ਹੈ ਇਹ 2025 ਚ ਹੀ ਫਾਲ ਕਰ ਰਿਹਾ ਹੈ। ਤਾਂ ਇਸ ਸਾਲ ਦੀ ਜੋ ਫਸਟ ਡੇਟ ਹੋਏਗੀ ਉਸ ਡੇਟ ਤੱਕ ਜਿਹੜੀ ਏਜ ਹੈ ਉਹ ਕੰਸੀਡਰ ਕੀਤੀ ਜਾਂਦੀ ਹੈ। ਜਨਰਲ ਕੈਟੇਗਰੀ ਲਈ 21 ਇਜ਼ ਦਾ ਮਿਨੀਮਮ ਏਜ ਐਂਡ 37 ਇਜ਼ ਦਾ ਮੈਕਸਿਮਮ ਏਜ। ਮਤਲਬ ਤੁਸੀਂ 1 ਜਨਵਰੀ 2025 ਨੂੰ 21 ਸਾਲ ਦੇ ਹੋ ਚੁੱਕੇ ਹੋਣੇ ਚਾਹੀਦੇ ਹੋ ਤੇ 37 ਸਾਲ ਤੋਂ ਉੱਪਰ ਦੇ ਨਹੀਂ ਹੋਏ ਹੋਣੇ ਚਾਹੀਦੇ। ਤਾਂ ਈਵਨ ਇਫ ਤੁਹਾਡੀ ਏਜ 37 ਸਾਲ 1 ਮਹੀਨਾ ਵੀ ਹੋ ਗਈ ਹੈ, 37 ਸਾਲ 1 ਦਿਨ ਵੀ ਹੋ ਗਈ ਹੈ, you are not eligible for the exam। So let us say your birthday falls on 31st of December ਤੇ 31st December 2024 ਨੂੰ ਤੁਸੀਂ 37 ਦੇ ਕੰਪਲੀਟ ਹੋ ਗਏ। ਸੋ ਨਾਓ ਯੂ ਕੈਨ ਨਾਟ ਅਪੀਅਰ ਫॉर ਪੀਸੀਐਸ। ਹਾਂਜੀ, ਤੁਸੀਂ 2 ਜਨਵਰੀ 2025 ਨੂੰ 37 ਦੇ ਕੰਪਲੀਟ ਹੋ ਰਹੇ ਹੋ, then you can appear because in that case ਤੁਸੀਂ 1 ਜਨਵਰੀ 2025 ਨੂੰ 36 years 364 days ਦੇ ਹੋ, so then you can appear। So it is that specific। ਤਾਂ ਏਜ ਐਲੀਜੀਬਿਲਿਟੀ ਦਾ ਤੁਸੀਂ ਧਿਆਨ ਰੱਖੋਗੇ that 1st of January is the cut off date। ਤਾਂ ਜਨਰਲ ਕੈਂਡੀਡੇਟਸ ਦੇ ਕੇਸ ਦੇ ਵਿੱਚ 21 is the minimum age and 37 is the maximum। ਉਸ ਤੋਂ ਬਾਅਦ ਸੈਕੰਡ ਕੈਟੇਗਰੀ ਹੈ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਆਫ ਪੰਜਾਬ। ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਆਫ ਪੰਜਾਬ, ਉਹਦੇ ਵਿੱਚ 5 ਸਾਲ ਦੀ ਰਿਲੈਕਸੇਸ਼ਨ ਹੈ ਅਪਰ ਏਜ ਲਿਮਿਟ ਤੇ। ਲੋਅਰ ਏਜ ਲਿਮਿਟ ਤੇ ਕੋਈ ਵੀ ਰਿਲੈਕਸੇਸ਼ਨ ਨਹੀਂ ਹੈ, देयर इज नो एक्सेप्शन एट ऑल। ਯਾਨੀ ਕਿ 21 ਤੋਂ ਜੇ ਘੱਟ ਤੁਹਾਡੀ ਏਜ ਹੈ ਤਾਂ ਤੁਸੀਂ ਐਗਜ਼ਾਮ 'ਚ ਅਪੀਅਰ ਨਹੀਂ ਹੋ ਸਕਦੇ no matter what। ਅਪਰ ਏਜ ਲਿਮਿਟ ਤੇ 5 ਸਾਲ ਦੀ ਰਿਲੈਕਸੇਸ਼ਨ ਹੈ ਇਫ ਯੂ ਆਰ ਐਨ ਐਸਸੀ ਔਰ ਬੀਸੀ ਆਫ ਪੰਜਾਬ ਓਨਲੀ। ਕਿਸੇ ਹੋਰ ਸਟੇਟ 'ਚ ਜੇ ਤੁਸੀਂ ਐਸਸੀ ਜਾਂ ਬੀਸੀ ਹੋ ਤਾਂ ਤੁਹਾਡੇ ਤੇ ਇਹ ਏਜ ਰਿਲੈਕਸੇਸ਼ਨ ਅਪਲਾਈ ਨਹੀਂ ਹੁੰਦੀ। ਤੇ ਇਹ ਵਾਲੀ ਏਜ ਰਿਲੈਕਸੇਸ਼ਨ ਵੀ ਪੰਜਾਬ ਪੁਲਿਸ ਸਰਵਿਸ ਤੇ ਪੰਜਾਬ ਪ੍ਰਿਜ਼ਨ ਸਰਵਿਸ ਦੇ ਕੇਸ 'ਚ ਅਪਲਾਈ ਨਹੀਂ ਹੁੰਦੀ। ਯਾਨੀ ਕਿ ਤੁਸੀਂ ਡੀਐਸਪੀ ਤੇ ਡੀਐਸ ਜੇਲਸ ਦੇ ਲਈ ਅਪਲਾਈ ਨਹੀਂ ਕਰ ਸਕਦੇ ਜੇ ਤੁਹਾਡੀ ਏਜ ਜਿਹੜੀ ਹੈ ਉਹ 33 ਤੋਂ ਉੱਪਰ ਹੈ। ਸੋ ਇਨ ਕੇਸ ਆਫ ਜਨਰਲ ਕੈਟੇਗਰੀ ਡੀਐਸਪੀ ਲਈ 21 to 28 ਤੁਹਾਡੀ ਏਜ ਹੋਣੀ ਚਾਹੀਦੀ ਹੈ। ਤੇ ਜੇ ਤੁਸੀਂ ਐਸਸੀ ਜਾਂ ਬੀਸੀ ਆਫ ਪੰਜਾਬ ਹੋ ਤਾਂ ਉਸ ਕੇਸ ਦੇ ਵਿੱਚ ਤੁਹਾਡੀ ਅਪਰ ਏਜ ਲਿਮਿਟ 5 ਇਅਰਸ ਤੱਕ ਰਿਲੈਕਸਡ ਹੈ। that is up to 33 you are still eligible for DSP and DS jails if you are an SC or BC of Punjab। then ਜੇ ਤੁਸੀਂ ਪੰਜਾਬ ਗਵਰਨਮੈਂਟ ਦੇ EMPLOYE ਹੋ ਜਾਂ ਕਿਸੇ ਬੋਰਡ ਕਾਰਪੋਰੇਸ਼ਨ ਜਾਂ ਕਮਿਸ਼ਨ ਦੇ EMPLOYE ਹੋ ਜਾਂ ਕਿਸੇ ਵੀ ਸਟੇਟ ਤੇ ਜਾਂ ਸੈਂਟਰਲ ਗਵਰਨਮੈਂਟ ਦੇ ਵੀ EMPLOYE ਹੋ ਤਾਂ ਤੁਸੀਂ 45 ਇਅਰਸ ਤੱਕ ਏਜ ਰਿਲੈਕਸੇਸ਼ਨ ਲੈ ਸਕਦੇ ਹੋ। ਪਰ ਇਹਦੇ ਵਿੱਚ ਪੀਪੀਐਸ ਲਈ ਕੋਈ ਏਜ ਰਿਲੈਕਸੇਸ਼ਨ ਨਹੀਂ ਹੈ, ਡੀਐਸਪੀ ਲਈ ਕੋਈ ਏਜ ਰਿਲੈਕਸੇਸ਼ਨ ਨਹੀਂ ਹੈ। ਐਕਸ ਸਰਵਿਸਮੈਨ ਆਫ ਪੰਜਾਬ ਡੋਮਿਸਾਈਲ ESN, ਇਹਦੇ ਕੇਸ ਦੇ ਵਿੱਚ ਥੋੜੀ ਜਿਹੀ ਜਿਹੜੀ ਕੈਲਕੂਲੇਸ਼ਨ ਹੈ ਉਹ ਧਿਆਨ ਨਾਲ ਸਮਝਾਂਗੇ ਆਪਾਂ। ਇਸ ਕੇਸ ਦੇ ਵਿੱਚ ਜਿੰਨੀ ਵੀ ਤੁਹਾਡੀ ਟੋਟਲ ਏਜ ਹੈ ਮਾਈਨਸ ਯੋਰ ਪੀਰੀਅਡ ਆਫ ਸਰਵਿਸ ਕਰ ਦਿੱਤਾ ਜਾਏਗਾ। ਸੋ ਲੈਟ ਅਸ ਸੇ ਸਮਵਨਸ ਏਜ ਇਜ਼ 50 ਤੇ ਉਹਨਾਂ ਦੀ ਸਰਵਿਸ ਜਿਹੜੀ ਹੈ ਉਹ 20 ਇਅਰਸ ਦੀ ਹੋ ਚੁੱਕੀ ਹੈ, ਤਾਂ ਹੁਣ ਜੋ ਆਏਗਾ ਦੈਟ ਇਜ਼ 30 ਇਅਰਸ। ਹੁਣ ਇਹ ਜਿਹੜੀ ਏਜ ਹੈ ਰਿਜ਼ਲਟੈਂਟ ਏਜ does not exceed the maximum age limit prescribed for direct appointment to such a vacancy in the service rules concerned by more than 3 years। ਹੁਣ ਇਹ ਜਿਹੜਾ 30 ਹੈ ਇਹ ਏਜ ਲਿਮਿਟ ਦੇ ਵਿੱਚ 3 ਸਾਲ ਤੋਂ ਵੱਧ ਦੀ ਡੇਵੀਏਸ਼ਨ ਨਹੀਂ ਹੋਣੀ ਚਾਹੀਦੀ। that means if the category is general ਤੇ 21 ਤੋਂ 37 ਉਹਦੇ 'ਚ ਹੈ ਤਾਂ 37 ਤੋਂ ਮੈਕਸਿਮਮ 3 ਸਾਲ ਤੱਕ ਵੱਧ ਸਕਦੀ ਹੈ, that is up to 40 you can appear। ਜੇ ਇਹ 30 ਇਹਦੇ ਅੰਦਰ ਆਉਂਦਾ ਹੈ that means this person is eligible
ਕਿਉਂਕਿ ਉਹਦੀ ਏਜ ਤਾਂ ਚਾਹੇ 50 ਹੈ, ਪਰ ਉਹਦੇ ਚ ਉਹਦੀ ਸਰਵਿਸ ਏਜ ਮਾਈਨਸ ਕਰ ਦਿੱਤੀ ਗਈ ਹੈ, ਤੇ ਉਹਦੇ ਵਿੱਚ ਵੀ ਜਿਸ ਕੈਟਾਗਰੀ ਦੇ ਵਿੱਚ ਵੀ ਉਹ ਫਾਲ ਕਰ ਰਹੇ ਨੇ, ਉਹ ਤੋਂ 3 ਸਾਲ ਦੀ ਐਕਸਟਰਾ ਰਿਲੈਕਸੇਸ਼ਨ ਉਹਨਾਂ ਨੂੰ ਅਲਾਉਡ ਹੈ। ਦਿਸ ਇਜ਼ ਦ ਮੀਨਿੰਗ ਆਫ ਇਟਸ। ਉਸ ਤੋਂ ਬਾਅਦ 42 years age limit है for widows, divorced women and certain other categories of women। लेकिन DSP ਲਈ ਜਾਂ DS jails ਲਈ ਇਹਦੇ 'ਚ ਵੀ ਕੋਈ ਰਿਲੈਕਸੇਸ਼ਨ ਨਹੀਂ ਹੈ। ਸਿਮਿਲਰਲੀ ਜੇ ਤੁਸੀਂ ਪਰਸਨ ਵਿਦ ਡਿਸੇਬਿਲਿਟੀ ਹੋ ਪੰਜਾਬ ਦੇ ਹੀ, not of any other state, person with disability of Punjab has relaxation of 47 years, ਤਾਂ ਅਪ ਟੂ 47 years ਉਹ ਇਹ ਐਗਜ਼ਾਮ ਦੇ ਸਕਦੇ ਨੇ। ਇਹਦੇ 'ਚ ਵੀ PPS ਤੇ ਪੰਜਾਬ ਪ੍ਰਿਜ਼ਨ ਸਰਵਿਸ ਕੰਸੀਡਰ ਨਹੀਂ ਹੁੰਦੀ। ਦੈਨ ਓਕੇ, ਵੀ ਹੈਵ ਡਨ ਦਿਸ। ਉਸ ਤੋਂ ਬਾਅਦ DSP ਲਈ ਮਿਨੀਮਮ 21 years ਐਂਡ ਮੈਕਸਿਮਮ 28 years ਦੀ ਏਜ ਹੈ, ਲੇਕਿਨ ਸ਼ਡਿਊਲਡ ਕਾਸਟਸ ਐਂਡ ਬੈਕਵਰਡ ਕਲਾਸਿਸ ਆਫ ਪੰਜਾਬ ਓਨਲੀ ਦੇ ਕੇਸ ਦੇ ਵਿੱਚ 33 years ਜਿਹੜੀ ਹੈ ਉਹ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ। So if you are an SC or BC of Punjab, you can still appear for DSP and DS jails until 33 years of age, right? ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਵਿੱਚ ਰੱਖੋਗੇ। ਉਸ ਤੋਂ ਬਾਅਦ ਇੱਕ ਛੋਟੀ ਜਿਹੀ ਜਿਹੜੀ ਇਹਦੇ ਵਿੱਚ ਕਲੈਰੀਫਿਕੇਸ਼ਨ ਇਹਨਾਂ ਨੇ ਦਿੱਤੀ ਹੈ, ਪਹਿਲੇ 3 ਸਾਲ ਲਈ ਬੇਸਿਕ ਪੇ ਹੀ ਜਿਹੜੀ ਹੈ ਉਹ ਦਿੱਤੀ ਜਾਏਗੀ। ਦਿਸ is already applicable on so many other government exams as well in Punjab, right? ਤਾਂ ਇਹ ਕੁਝ ਬਹੁਤ ਹੀ ਇੰਪੋਰਟੈਂਟ ਕੁਐਰੀਜ਼ ਜੋ ਸਟੂਡੈਂਟ ਦੀਆਂ ਸਾਡੇ ਕੋਲ ਆਉਂਦੀਆਂ ਪੰਜਾਬ ਦੇ ਪੰਜਾਬੀ ਲੈਂਗੁਏਜ ਨੂੰ ਲੈ ਕੇ, ਏਜ ਰਿਲੈਕਸੇਸ਼ਨ ਨੂੰ ਲੈ ਕੇ, ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਲੈ ਕੇ ਐਂਡ ਹਾਊ ਦ ਪੋਜੀਸ਼ਨਸ ਆਰ ਬ੍ਰੋਕਨ ਡਾਊਨ, ਉਸ ਕੰਟੈਕਸਟ ਦੇ ਵਿੱਚ ਇਹ ਸਾਰੀਆਂ ਕਲੈਰੀਫਿਕੇਸ਼ਨ ਤੁਹਾਡੇ ਲਈ ਅਸੀਂ ਕਲੀਅਰ ਕੀਤੀਆਂ। If you have any other doubt, feel free to comment in the comment section. Every comment will be replied to. Thank you, take care and all the best.